ਵਾਹਿਗੁਰੂ ਜੀ। ਸਤਨਾਮ ਗੁਰੂ ਗਰੀਬ ਵਨਮਾਲ ਸ਼੍ਰੀ ਨਾਨਕ ਅੰਗਤ ਗੁਰੂ ਅਮਰਦਾਸ ਪਹਿਬੰਦ ਰਾਮਦਾਸ ਅਰਜਨ ਗੁਰੂ ਰਾਮਦਾਸ ਅਰਜਨ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸ਼੍ਰੀ ਰਾਏਗੜ੍ਹ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਸ਼੍ਰੀ ਗੁਰੂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਤਾਂਗ ਲੱਗੀ ਬਿੰਦ ਬਿੰਦ ਭਾਰ ਦੇ ਮਾ ਜੰਦ ਜੰਦ ਬੇਕਲਾਂ ਦੀਦਾਰ ਮੈਂ ਦੀਦ ਨੇ ਵਿਛਾਈ ਕਰਾਂ ਮਨ ਤਨ ਵੇਚ ਮਰਾਂ ਸ਼ਰਦਾ ਮੌਜ ਜੀਵ ਮਰਾਂ ਜਾਵਾਂ ਬਲਗਾਰ ਮੈਂ ਸਤਿਗੁਰ ਮਹਾਂਪੁਰਖ ਘਨ ਪਾਰਸ ਕਾਂਚਨ ਕਰਦੇ ਲੋਗ ਸਤਿਗੁਰ ਮਹਾਂਪੁਰਖ ਘਨ ਪਾਰਸ ਕਾਂਚਨ ਕਰਦੇ ਲੋਗ ਨੂੰ ਸਤਿਗੁਰ ਮਹਾਂਪੁਰਖ ਘਨ ਸਤਿਗੁਰ ਮਹਾਂਪੁਰਖ ਹਨ ਪਾਰਸ ਕਾਂਚਨ ਕਰਦੇ ਲੋਗ ਸਤਿਗੁਰ ਮਹਾਂਪੁਰਖ ਹਨ ਪਾਰਸ ਕਾਂਚਨ ਕਰਦੇ ਲੋਗ ਨੂੰ ਸਤਿਗੁਰ ਮਹਾਂਪੁਰਖ ਹਨ ਕਾਂਚਨ ਕਰਦੇ ਲੋਗੇ ਨੂੰ ਕਾਂਚਨ ਕਰਦੇ ਨੇ ਲੋਗੇ ਨੂੰ ਕਾਂਚਨ ਕਰਦੇ ਲੋਗੇ ਨੂੰ ਕਾਂਚਨ ਕਰਦੇ ਲੋਗੇ ਨੂੰ ਸਤਿਗੁਰ ਮਹਾਂਪੁਰਖ ਹਨ ਪਾਰਸ ਕਾਂਚਨ ਕਰਦੇ ਲੋਗੇ ਸਤਿਗੁਰ ਮਹਾਂਪੁਰਖ ਹਨ ਪਾਰਸ ਕਾਂਚਨ ਕਰਦੇ ਲੋਗੇ ਨੂੰ कबीर चंदन का दरबा पला बेड़ो ताकप होती चंदन भोर बसा जो चंदन मान जोग सत संगी जो
ਸੁਭਾਗੀਆਂ ਘੜੀਆਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ। ਬਾਣੀ ਦੀ ਪੰਕਤੀ ਹੈ, ਵੱਡ ਭਾਗੀ ਹਰ ਸੰਗਤ ਪਾਵਾ, ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਕੋਲੇ ਬਹਿਣਾ। ਗੁਰੂ ਕੋਲੇ ਬਹਿ ਕੇ ਗੱਲਾਂ ਕਰਨੀਆਂ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਬਾਣੀ ਦੀ ਪੰਕਤੀ ਆ, ਹਰ ਜਸ ਕਰਤੇ ਬਾਤ ਚਲਾਵਾ, ਸੋ ਤਨ ਖਾਈਆ ਮੂਲ ਕਹਾਵਾ। ਗੁਰੂ ਕੋਲੇ ਬਹਿ ਕੇ ਗੱਲਾਂ ਕਰਨੀਆਂ ਮਾੜੇ ਕਰਮਾਂ ਦੀ ਨਿਸ਼ਾਨੀ। ਤੇ ਗੁਰੂ ਕੋਲੇ ਜਦੋਂ ਬਹਿਣਾ ਹੈ, ਮਹਾਰਾਜ ਬੈਠਣਾ ਦੱਸਦੇ, ਰਹਿਣੀ ਬਹਿਣੀ ਕਹਿਣੀ ਸਹਿਣੀ, ਇਹ ਚੀਜ਼ਾਂ ਸੰਗਤ ਚੋਂ ਮਿਲਦੀਆਂ। ਇਹ ਚਾਰ ਚੀਜ਼ਾਂ ਨਾ ਇਹ ਸੰਗਤ ਚੋਂ ਪ੍ਰਾਪਤ ਹੁੰਦੀਆਂ, ਰਹਿਣੀ ਬਹਿਣੀ ਕਹਿਣੀ ਸਹਿਣੀ। ਬਈ ਸੰਗਤ ਦੇ ਵਿੱਚ ਕਿਵੇਂ ਬਹਿਣਾ, ਸੰਗਤ ਦੇ ਵਿੱਚ ਬੋਲਣਾ ਕਿਵੇਂ ਹੈ, ਇਹ ਸੰਗਤ ਦੇ ਵਿੱਚੋਂ ਸੰਗਤ ਕਾ ਗੁਣ ਬਹੁਤ ਅਧਿਕਾਈ, ਬੜਾ ਵੱਡਾ ਫਲ ਹੈ ਆ ਜਿਹੜਾ ਆਪਾਂ ਨੂੰ ਮਹਾਂਪੁਰਖਾਂ ਨੇ ਬਖਸ਼ਿਆ। ਸੰਤ ਬਾਬਾ ਹਰਪਾਲ ਸਿੰਘ ਜੀ ਖੋਰਾ ਨੇ ਆ ਸੁਭਾਗਾ ਸਮਾਂ ਬਖਸ਼ਿਆ। ਇਹ ਬੜਾ ਸੁਭਾਗਾ ਸਮਾਂ ਹੈ। ਮੇਰਾ ਕਹਿਣ ਦਾ ਮਤਲਬ ਹੈ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਣਕ ਉਧਾਰੇ। ਕਹਿੰਦੇ ਸੰਗਤ ਦਾ ਐਡਾ ਵੱਡਾ ਫਲ ਹੈ। ਕਹਿੰਦੇ ਇੱਕ ਚੰਦਰਮਣੀ ਬੇਸਵਾਸੀ ਜਿਹੜੀ ਤੋਤੇ ਨੂੰ ਪੜਾਉਂਦੀ ਤਰ ਗਈ, ਇੱਕ ਚੰਦਰਮਣੀ ਕੰਚਣੀ ਸੰਤਾਂ ਦੀ ਸੰਗਤ ਕੀਤੀ। ਸ਼੍ਰੀਮਾਨ ਸੰਤ ਬਾਬਾ ਬਰਿਆਮ ਸਿੰਘ ਜੀ ਆ ਆਪਣੇ ਇਲਾਕੇ ਨੂੰ ਮੈਂ ਦੇਖਿਆ, ਮੱਥਾ ਟੇਕਣ ਦਾ ਨਹੀਂ ਸੀ ਪਤਾ ਹੁੰਦਾ। ਇਲਾਕਾ ਸਾਰਾ ਨਾ ਮੱਥਾ ਟੇਕਣ ਦਾ ਨਹੀਂ ਸੀ ਲੋਕਾਂ ਨੂੰ ਪਤਾ। ਇਹ ਦੇਣ ਸ਼੍ਰੀਮਾਨ ਸੰਤ ਬਾਬਾ ਬਰਿਆਮ ਸਿੰਘ ਜੀ ਹੋਰਾਂ ਦੀ ਹੈ, ਜਿਹੜਾ ਅੱਜ ਸੰਗਤ ਦੇ ਵਿੱਚ ਇਹੋ ਜਿਹੇ ਪ੍ਰੇਮੀ ਬੈਠੇ ਆ, ਮਹਾਂਪੁਰਖਾਂ ਨੇ ਰੱਬ ਨਾਲ ਜੋੜ ਕੇ ਰੱਖਦੇ। ਬਾਣੀ ਦੀ ਪੰਕਤੀ ਹੈ, ਜੋੜਨ ਹਾਰੋ ਸੰਤ। ਬਾਬਾ ਹਰਪਾਲ ਸਿੰਘ ਜੀ ਹੋਰੀ ਬਾਬਿਆਂ ਕੋਲੇ ਗਏ ਦੀਵਾਨ ਲੈਣ। ਬਾਬਾ ਬਰਿਆਮ ਸਿੰਘ ਜੀ ਹੋਰਾਂ ਕੋਲੇ ਦੀਵਾਨ ਲੈਣ ਗਏ ਪਿੰਡ, ਬਈ ਦੀਵਾਨ ਲਾਉਣੇ ਆ। ਮਹਾਂਪੁਰਖ ਜਿਹੇ ਜਿਹੇ ਸੰਤਾਂ ਦੀ ਸੰਗਤ ਕੀਤੀ ਹੋਵੇ ਤੇ ਉਹੇ ਜਿਹੇ ਗੁਣ ਪੈਦਾ ਹੋ ਜਾਂਦੇ ਆ। ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੀ ਸੰਗਤ ਕੀਤੀ ਸੰਤ ਬਾਬਾ ਬਰਿਆਮ ਸਿੰਘ ਜੀ ਹੋਰਾਂ ਨੇ। ਤੇ ਸੰਤ ਬਾਬਾ ਈਸਰ ਸਿੰਘ ਜੀ ਬੇਪਰਵਾਹ ਸਦਾ ਰੰਗ ਹਰਕਾ। ਸਰਦਾਰ ਗੁਰਨਾਮ ਸਿੰਘ ਮੁੱਖ ਮੰਤਰੀ ਸੀ। ਸਰਦਾਰ ਗੁਰਨਾਮ ਸਿੰਘ ਮੁੱਖ ਮੰਤਰੀ, ਬੱਲੋਵਾਲ ਚਮਿੰਡੇ ਦੀਵਾਨ ਲੱਗੇ ਸੰਤਾਂ ਦੇ, ਬਾਬਾ ਈਸਰ ਸਿੰਘ ਜੀ ਦੇ ਨਾਲ ਉਹਨਾਂ ਦੇ ਲੱਗੇ ਦੀਵਾਨ। ਤੇ ਗੁਰਨਾਮ ਸਿੰਘ ਸਰ ਮੁੱਖ ਮੰਤਰੀ ਕਹਿੰਦਾ, ਮੈਂ ਸੋਚਿਆ ਵੀ ਆਪਾਂ ਬਾਬਿਆਂ ਨਾਲ ਬਹਿ ਕੇ ਗੱਡੀ 'ਚ, ਬਾਬੇ ਆਪਾਂ ਨੂੰ ਕੋਈ ਨਾ ਕੋਈ ਬਚਨ ਜਾਂ ਗੱਲਾਂ ਜਾਂ ਕੋਈ ਚੀਜ਼ ਕਹਿਣਗੇ ਵੀ ਆਹ ਬਣਾ ਦਿਓ। ਉਹ ਕਹਿੰਦਾ ਵੀ ਬੱਲੋਵਾਲ ਚਮਿੰਡਿਆ ਦੀਵਾਨ ਦੀ ਸਮਾਪਤੀ ਹੋਈ ਤੇ ਮੈਂ ਸੰਤਾਂ ਨਾਲ ਬਹਿ ਗਿਆ। ਆਂਦਾ ਮੈਨੂੰ ਆਪਦਾ ਮੁੱਖ ਮੰਤਰੀ ਦਾ ਨਸ਼ਾ, ਇਹ ਚੌਧਰ ਦਾ ਨਸ਼ਾ ਬੜਾ ਭੈੜਾ ਹੁੰਦਾ। ਚਾਰ ਚੀਜ਼ਾਂ ਦਾ ਜਿਹੜਾ ਨਸ਼ਾ ਨਾ, ਇਹ ਬੰਦੇ ਨੂੰ ਮੌਤ ਚੇਤੇ ਨਹੀਂ ਰਹਿਣ ਦਿੰਦਾ। ਇੱਕ ਚੌਧਰ ਦਾ ਨਸ਼ਾ, ਇੱਕ ਜਵਾਨੀ ਦਾ ਨਸ਼ਾ, ਇੱਕ ਚਾਰ ਕੌਡੀਆਂ ਕੋਲੇ ਆ ਜਾਣ ਗਰੀਬ ਦੀ ਫਤਿਹ ਮੰਨ ਕੇ ਨਹੀਂ ਰਾਜੀ, ਇੱਕ ਪਰਬਤਾ ਦਾ ਨਸ਼ਾ, ਚਾਰ ਕ ਬੰਦੇ ਬੁਲਾਉਣ ਲੱਗ ਜਾਣ ਐਂ ਤੁਰੂਗਾ ਜਿਵੇਂ ਵੀ ਧਰਤੀ ਖਮਣੀ ਮੇਰਾ ਭਾਰ ਹੀ ਨਹੀਂ ਚੱਲਦੀ। ਇਹ ਨਸ਼ਾ ਬੰਦੇ ਨੂੰ। ਹੰਕਾਰੀ ਬੰਦੇ ਦੀ ਤੋਰ 'ਚ ਫਰਕ ਹੁੰਦਾ, ਤਿੱਖੇ ਬੰਦੇ ਦੇ ਬੋਲ 'ਚ ਫਰਕ ਹੁੰਦਾ। ਤਿੱਖਾ ਬੰਦਾ ਬੋਲੂ ਮਿੱਠਾ ਵੱਢੂ ਜੜਾਂ। ਹੰਕਾਰੀ ਬੰਦਾ ਜਦੋਂ ਤੁਰਦਾ ਉਹਨੂੰ ਇਉਂ ਲੱਗਦਾ ਵੀ ਮੈਂ ਪਤਾ ਨਹੀਂ ਕਿਹਾ। ਕਿਉਂ? ਖੋਮੇ ਦਾ ਜਿਹੜਾ ਕਿੱਲਾ ਹੈ ਬੜਾ ਭੈੜਾ ਹੈ। ਜਿਉਂ ਜੋ ਚਲਾ ਚਬਾ ਚਬਾ ਦੁੱਖ ਪਾਵਾ, ਜਮਕਾਲ ਸਾਹੈ ਸਰ। ਉਹ ਕਹਿੰਦਾ ਵੀ ਮੈਂ ਮਹਾਂਪੁਰਖਾਂ ਨਾਲ ਬਹਿ ਗਿਆ। ਕਹਿੰਦਾ ਵੀ ਸੰਤ ਇੰਨੇ ਬੇਪਰਵਾਹ ਦੇਖੇ
ਬਈ ਰਾੜਾ ਸਾਹਿਬ ਤੱਕ ਕਹਿੰਦੇ ਸੰਤ ਪਿੱਛੇ ਨੂੰ ਬਣੀ ਝੱਕ ਕੇ ਵੀ ਮੇਰੇ ਨਾਲ ਮੁੱਖ ਮੰਤਰੀ ਬੈਠਾ ਹੈ। ਇਹਨੂੰ ਕਹਿੰਦੇ ਬੇਪਰਵਾਹ ਸਦਾ ਰੰਗ ਹਰ। ਇਹੀ ਗੁਣ ਬਾਬਾ ਬਰਿਆਮ ਸਿੰਘ ਦੇ ਵਿੱਚ ਸੀ। ਸੰਤ ਸਮਾਜ ਜਾ ਬਣ ਗਿਆ। ਸੰਤਾਂ ਨੂੰ ਮਹਾਂਪੁਰਖਾਂ ਨੇ ਬਚਨ ਕੀਤੇ ਵੀ ਆਹ ਗੱਲਾਂ ਨਹੀਂ ਕਰਨੀਆਂ। ਲੁਧਿਆਣੇ ਇਕੱਠ ਹੋਇਆ, ਮੈਂ ਤਾਂ ਨਹੀਂ ਸੀ ਗਿਆ। ਲੁਧਿਆਣੇ ਇਕੱਠ ਹੋਇਆ, ਇੱਕ ਦੋ ਲੀਡਰ ਜੇ ਆਏ, ਇੱਕ ਸੰਤ ਬਾਬਾ ਬਰਿਆਮ ਸਿੰਘ ਜੀ ਖੜੇ ਨਾ ਕੋਈ, ਇੱਕ ਸੰਤ ਦਰਸ਼ਨ ਸਿੰਘ ਜੀ ਢੱਕੀ ਵਾਲੇ। ਇਹ ਵੀ ਬਾਬਾ ਬਰਿਆਮ ਸਿੰਘ ਜੀ ਨੂੰ ਦੇਖ ਕੇ ਨਹੀਂ ਖੜੇ ਹੋਏ ਨੇ, ਖੜੇ ਇਹਨਾਂ ਨੇ ਵੀ ਹੋ ਜਾਣਾ। ਮਹਾਂਪੁਰਖਾਂ ਦੀ ਸੋਚ ਐਡੀ ਵੱਡੀ ਸੀ ਬਾਬਾ ਬਰਿਆਮ ਸਿੰਘ ਜੀ ਦੀ। ਤਿੰਨਾਂ ਕਾਲਾਂ ਦੀ ਉਹਨਾਂ ਨੂੰ ਸੋਝੀ ਸੀ, ਭੂਤ ਭਵਿੱਖਤ ਵਰਤਮਾਨ, ਤਿੰਨ ਕਾਲ ਹੈ। ਮਤਲਬ ਤਿੰਨਾਂ ਕਾਲਾਂ ਦੀ ਸੋਝੀ, ਆਉਣ ਵਾਲਾ ਸਮਾਂ ਦੱਸ ਦੇਣਾ, ਇਹ ਮਹਾਂਪੁਰਖਾਂ ਕੋਲੇ ਗੁਣ ਸੀ। ਮਹਾਂਪੁਰਖ ਸੰਤ ਸਮਾਜ ਨੂੰ ਕਹਿੰਦੇ ਵੀ ਆਪਾਂ ਕਾਮਯਾਬ ਨਹੀਂ ਹੋ ਸਕਦੇ। ਕਹਿੰਦੇ ਬਾਬਾ ਜੀ ਕਿਉਂ? ਕਹਿੰਦੇ ਵੀ ਨਹੀਂ। ਕਹਿੰਦੇ ਬਾਬਾ ਜੀ ਕਿਉਂ? ਕਹਿੰਦੇ ਵੀ ਤੁਸੀਂ ਲੀਡਰਾਂ ਆਇਆ ਤੋਂ ਖੜੇ ਤਾਂ ਹੀ ਹੋ ਗਏ ਵੀ ਕੱਲ ਨੂੰ ਇਹਨਾਂ ਤੋਂ ਕੰਮ ਲਵਾਂਗੇ। ਤੁਸੀਂ ਬੇਪਰਵਾਹੀ ਕਿਉਂ ਨਹੀਂ ਕੀਤੀ? ਜੇ ਤੁਹਾਡੇ ਅੰਦਰ ਨਾਮ ਦਾ ਕਿਣਕਾ ਹੁੰਦਾ ਤੇ ਤੁਸੀਂ ਤਾਂ ਬੇਪਰਵਾਹੀ ਨਾਲ ਬੈਠੇ ਹੀ ਰਹਿਣਾ ਸੀ। ਆਗੇ ਮਹਾਂਪੁਰਖ ਤੇ ਮੈਂ ਮਹਾਂਪੁਰਖਾਂ ਕੋਲ ਚਲਿਆ ਗਿਆ ਕੋਠੀ 'ਚ। ਮੈਂ ਬਾਬਾ ਨੂੰ ਮੱਥਾ ਟੇਕਿਆ। ਮੈਂ ਕਿਹਾ ਬਾਬਾ ਜੀ, ਮੈਂ ਕਿਹਾ ਇੱਕ ਬੇਨਤੀ ਮੰਨੋ। ਕਹਿੰਦੇ ਕਿਹੜੀ? ਮੈਂ ਕਿਹਾ ਤੁਸੀਂ ਇਹਨਾਂ 'ਚ ਜਾਇਆ ਹੀ ਨਾ ਕਰੋ। ਸੱਚ ਜਾਣੋ ਬਈ ਮੈਂ ਤਾਂ ਉਹਨਾਂ ਦੇ ਸਧਾਰਨ ਜਿਹਾ ਬੰਦਾ, ਸੇਵਾਦਾਰ ਸਮਝੋ, ਐਵੇਂ ਝਾੜੂ ਬਰਦਾਰ ਬੰਦਾ, ਕੋਈ ਖਾਸ ਗੱਲ। ਮੁੜ ਕੇ ਉਹ ਨਹੀਂ ਇਹਨਾਂ ਨੇ ਝਾਕੇ ਵੀ ਆਪਾਂ ਵੀ ਪ੍ਰੋਗਰਾਮ 'ਚ ਜਾਣਾ। ਮੇਰਾ ਕਹਿਣ ਦਾ ਮਤਲਬ ਹੈ ਰੱਬ ਵਰਗੇ ਸੰਤਾਂ ਦੀ ਸੰਗਤ ਕੀਤੀ ਬਾਬਾ ਬਰਿਆਮ ਸਿੰਘ ਜੀ ਨੇ, ਤੇ ਰੱਬ ਵਰਗੇ ਸੰਗਤਾਂ ਦੀ ਸੇਵਾ ਕੀਤੀ ਬਾਬਾ ਹਰਪਾਲ ਸਿੰਘ ਜੀ ਹੋਰਾਂ ਨੇ। ਮੈਂ ਬੇਨਤੀ ਕਰਨ ਲੱਗਿਆ, ਸੰਤ ਦੀਵਾਨ ਲੈਣ ਗਏ ਬਾਬਾ ਹਰਪਾਲ ਸਿੰਘ ਜੀ ਹੋਣੀ। ਸੰਤਾਂ ਦੇ ਅਸੂਲ ਪੱਕੇ ਸੀ। ਸੰਤ ਕਹਿੰਦੇ ਐਡੀ ਛੇਤੀ ਤਾਂ ਨਹੀਂ ਦੀਵਾਨ ਮਿਲਣੇ, ਬਈ ਇਹ ਤਾਂ ਟਾਈਮ ਲੱਗੂਗਾ। ਇਹ ਮੁੜਿਆ ਇੱਧਰ ਅਸੀਂ ਇੱਕ ਕਿੱਥੋਂ ਦੀ ਲੰਘਣ ਲੱਗੇ, ਅਸੀਂ ਕਿਸੇ ਦੀ ਮੋਟਰ ਤੇ ਨਹਾਈ ਜਾਈਏ ਤੇ ਮੇਰੇ ਨਾਲ ਇਹਨਾਂ ਨੇ ਫਤਿਹ ਕੇ ਜਾਲੀ, ਬਾਬੇ ਹਰਪਾਲ ਸਿੰਘ ਨੇ ਫਤਿਹ ਕੇ ਜਾਈ। ਕਹਿੰਦੇ ਵੀ ਦੀਵਾਨ ਲਾਉਣੇ ਆ। ਮੈਂ ਬਾਬੇ ਨੂੰ ਹੱਸਦੇ ਨੇ ਆਖਿਆ, ਮੈਂ ਆਖਿਆ ਬਾਬਾ ਜੀ ਕੱਲ ਨੂੰ ਹੀ ਲਾਈਏ। ਇੰਨੇ ਖੁਸ਼ ਹੋਏ ਨਾ ਵੀ ਰਹੇ ਰੱਬ ਹੈ ਤਾਂ ਇਹਨਾਂ ਦੇ ਅੱਠੋਂ ਪਹਿਰੀ ਮਹਾਰਾਜ ਦੀ ਕਿਰਪਾ ਹੈ। ਇਹ ਜਿਹੜੀ ਖੁਸ਼ੀ ਆ ਨਾ, ਇਹ ਵੀ ਇੱਕ ਰੱਬ ਦੀ ਕਿਰਪਾ ਵੇ। ਰੱਬ ਦੀ ਕਿਰਪਾ ਤੋਂ ਬਿਨਾਂ ਖੁਸ਼ੀ ਨਹੀਂ ਆਉਂਦੀ। ਫਿਰ ਸਾਡੇ ਨਾਲ ਹੇਮਕੁੰਟ ਸਾਹਿਬ ਦੀ ਵੀ ਯਾਤਰਾ ਕੀਤੀ, ਬੜੇ ਬੜੀ ਸੰਗਤ ਕੀਤੀ। ਮੇਰਾ ਕਹਿਣ ਦਾ ਮਤਲਬ ਹੈ ਸੰਤ ਬਾਬਾ ਈਸ਼ਰ ਸਿੰਘ ਜੀ, ਮਾਜਰੀ ਪਿੰਡ ਹੈ ਡੇਲੋ ਕੋਲੇ, ਉੱਥੇ ਸੰਤ ਬਾਬਾ ਰਾਮ ਸਿੰਘ ਜੀ ਰਿਹਾ ਕਰਦੇ। ਬਾਬਾ ਰਾਮ ਸਿੰਘ ਜੀ ਇਹ ਸੀਗੇ ਮਸਤੂਆਣੇ ਵਾਲਿਆਂ ਚੋਂ। ਇੱਕ ਸੰਤ ਰਾਮ ਸਿੰਘ ਤੇ ਇੱਕ ਘਗਰਾਣੇ ਰਹਿੰਦੇ ਸੀ ਸੰਤ। ਉਹਨਾਂ ਨੇ ਕੋਤਰੀ ਕਰਾਈ। ਕੋਤਰੀ ਉਦੋਂ ਆਮ ਕੋਤਰੀ ਨਹੀਂ ਸੀ ਕਰਾਉਂਦੇ। 101 ਅਖੰਡ ਪਾਠ ਨੂੰ ਕੋਤਰ ਸੋ ਕਹਿੰਦੇ ਆ। ਆਮ ਲੋਕ ਪਾਠ ਨਹੀਂ ਸੀ ਕਰਾਉਂਦੇ। ਮਹਾਂਪੁਰਖਾਂ ਨੇ ਕੋਤਰੀ ਕਰਾਈ ਅਖੰਡ ਪਾਠ। ਉੱਥੇ ਬੜੀ ਸੰਗਤ ਜੁੜੀ। ਉਦੋਂ ਸਪੀਕਰ ਨਹੀਂ ਸੀ ਹੁੰਦੇ। ਸਪੀਕਰ ਹੋਇਆ ਨਾ ਕਰਦੇ ਤੇ ਟਕਸਾਲ ਵਾਲੇ ਵੀ ਉੱਥੇ ਆਏ ਵੇ, ਤੇ ਰਾੜਾ ਸਾਹਿਬ ਵਾਲੇ ਸੰਤ ਘੋੜੀ ਤੇ ਚੜ੍ਹ ਕੇ ਗਏ, ਨਾਲ ਸੰਤ ਬਾਬਾ ਕਿਸ਼ਨ ਸਿੰਘ ਜੀ ਜਥੇ ਵਾਲੇ। ਸੰਤਾਂ ਨੂੰ ਉੱਥੇ ਟਾਈਮ ਦਿੱਤਾ। ਪਹਿਲਾਂ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਬਾਬਾ ਕਿਸ਼ਨ ਸਿੰਘ ਜੀ ਨੂੰ, ਕਹਿੰਦੇ ਤੂੰ ਮੇਰੇ ਬਰਾਬਰ ਖੜ ਜਾ। ਸੰਤ ਖੜ ਕੇ ਕੀਰਤਨ ਕਰਦੇ ਸੀ ਪਹਿਲੀਆਂ 'ਚ, ਜਦੋਂ ਘੋੜੀ ਤੇ ਜਾਂਦੇ ਸੀ ਨਾ ਉਦੋਂ ਖੜ ਕੇ ਕੀਰਤਨ ਕਰਦੇ ਸੀ, ਸਪੀਕਰ ਹੁੰਦੇ ਨਹੀਂ ਸੀ। ਜਦੋਂ ਇੰਨਾ ਵਜਨ ਕੀਤਾ ਤੇ ਸੰਤ ਮਖੌਲੀ ਬੜੇ ਸੀ ਬਾਬਾ ਕਿਸ਼ਨ ਸਿੰਘ ਜੀ, ਬਾਬੇ ਨਹੀਂ ਸੀ ਬਾਲੇ ਹੱਸਦੇ। ਬਾਬਾ ਈਸ਼ਰ ਸਿੰਘ ਜੀ ਨਾ, ਉਹਨਾਂ ਨੂੰ ਤਾਂ ਕਿਸੇ ਨੇ ਬਾਲਾ ਹੱਸਦਾ ਦੇਖਿਆ ਹੀ ਨਹੀਂ ਹੋਣਾ। ਤੇ ਬਾਬਾ ਕਿਸ਼ਨ ਸਿੰਘ ਜੀ ਕੋਣੀ ਬੜੇ ਹਸਮੁਖ ਸੀ।
ਉਹ ਮਹਾਂਪੁਰਖਾਂ ਨੂੰ ਕਹਿੰਦੇ ਤੁਹਾਡੇ ਬਰਾਬਰ ਜਦੋਂ ਮਹਾਰਾਜ ਹੈਗਾ ਮੇਰੀ ਕੀ ਲੋੜ ਹੈ। ਸੰਤ ਖੜ ਗਏ ਤੇ ਸੰਤਾਂ ਨੇ ਫਿਰ ਆ ਧਾਰਨਾ ਪੜ੍ਹੀ, ਪਰਚਾ ਖਰੀਦੇ ਨਾਮ ਵਾਲਾ ਪੈ ਗਿਆ, ਪੈਜ ਰੱਖੀ ਮੇਰਿਆ ਮਾਲਕਾ। ਬਾਬਾ ਈਸਰ ਸਿੰਘ ਜੀ ਨੇ ਜਦੋਂ ਧਾਰਨਾ ਪੜ੍ਹੀ ਨਾ, ਜਾਂਦੀ ਇੰਨਾ ਇਕੱਠ ਹੋਇਆ ਤੇ ਸੰਤਾਂ ਦਾ ਸੁਣ ਕੇ ਸਾਖੀ ਸਾਖੀ ਸਦਨੇ ਦੀ ਸੁਣਾਈ। ਇਹਦਾ ਮੇਰਾ ਕਹਿਣ ਦਾ ਮਤਲਬ ਹੈ ਬਈ ਸੰਤਾਂ ਦੀ ਰਸਨਾ ਤੇ ਰੱਬ ਵਸਦਾ ਸੀ। ਹੁਣ ਵੀ ਦੇਖ ਲਓ ਉਹਨਾਂ ਦੀ ਰੀਲ, ਬੰਦਾ ਕਹੂਗਾ ਫਿਰ ਦੁਬਾਰਾ ਸੁਣੀਏ। ਇਹ ਨਾਮ ਦਾ ਪ੍ਰਤਾਪ ਹੈ। ਨਹੀਂ ਮੈਂ ਦੇਖਿਆ ਵੀ ਕਈਆਂ ਵਿਦਵਾਨਾਂ ਦੀ ਆ ਜਿਹੜੇ ਕਿੰਤੂ ਪਰੰਤੂ ਜੇ ਵਾਲੇ ਆ, ਇਹਨਾਂ ਦੀ ਕੇਰਾਂ ਸੁਣ ਲਓ, ਮੁੜ ਕੇ ਸੁਣਨ ਨੂੰ ਚਿੱਤ ਨਹੀਂ ਕਰਨਾ। ਆ ਜਿਹੜੇ ਸੰਤਾਂ ਦੀ ਨਿੰਦਿਆ ਜੀ ਕਰਦੇ ਆ ਨਾ, ਇਹਨਾਂ ਦੀ ਕੇਰਾ ਰੀਲ ਸੁਣ ਲਓ, ਮੁੜ ਕੇ ਸੁਣ ਕੇ ਚਿੱਤ ਨਹੀਂ ਕਰੂ। ਪਰ ਜੇ ਸੰਤ ਹੋਵੇ ਉਹਨਾਂ ਦੀ ਰੀਲ ਬਾਰ-ਬਾਰ ਤੁਸੀਂ ਸੁਣੋਗੇ। ਬਾਬਾ ਬਰਿਆਮ ਸਿੰਘ ਜੀ ਦੀ ਰੀਲ ਸੁਣ ਲਓ, ਉਹਨਾਂ ਨੂੰ ਤੁਹਾਡਾ ਮੱਲੋ ਮੱਲੀ ਚਿੱਤ ਕਰੂਗਾ। ਚਿੱਤ ਕਿਉਂ ਕਰਦਾ? ਪੜਿਆ ਕਰਦੇ ਗੱਜ ਵੱਜ ਕੇ ਬੋਲਿਓ। ਉਹ ਬਸਦੇ ਸਾਧ ਦੀ ਰਸਨਾ ਹਰ ਜੂ ਬਸਦੇ ਆ, ਬਸਦੇ ਸਾਧ ਦੀ ਰਸਨਾ ਹਰ ਜੂ ਬਸਦੇ ਆ। ਬਸਦੇ ਸਾਧ ਦੀ ਰਸਨਾ ਹਰ ਜੀ ਬਸਦੇ ਆ, ਬਸਦੇ ਸਾਧ ਦੀ ਰਸਨਾ ਹਰ ਜੂ ਬਸਦੇ ਆ। ਬਾਣੀ ਦੀ ਪੰਕਤੀ ਹੈ, ਮਹਾਂਪੁਰਖ ਬਚਨ ਕਰਿਆ ਕਰਦੇ ਸੰਤ ਬਾਬਾ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ। ਕਹਿੰਦੇ ਜੇ ਨਾਮ ਜਪਿਆ ਹੋਵੇ ਨਾ ਤੇ ਰਸਨਾ ਤੇ ਅੰਮ੍ਰਿਤ ਪੈਦਾ ਹੋ ਜਾਂਦਾ ਹੈ। ਜੇ ਨਾਮ ਜਪਿਆ ਹੋਵੇ ਨਾ ਹੱਥਾਂ 'ਚ ਅੰਮ੍ਰਿਤ ਪੈਦਾ ਹੋ ਜਾਂਦਾ, ਚਰਨਾਂ 'ਚ ਮਤਲਬ ਜਿੱਥੇ ਚਰਨ ਧਰ ਦੇਣ ਧਰਤੀ ਨੂੰ ਭਾਗ ਲੱਗ ਜਾਂਦੇ ਆ। ਆ ਹੁਣ ਮਹਾਂਪੁਰਖਾਂ ਦੇ ਅੰਮ੍ਰਿਤ ਹੀ ਪੈਦਾ ਸੀ। ਰਤਵਾੜੇ ਦੀ ਕੋਈ ਧਰਤੀ ਸੀ, ਉਜਾੜ ਪਿਆ ਸੀ। ਮਹਾਂਪੁਰਖਾਂ ਨੇ ਇਹੋ ਜਿਹੇ ਚਰਨ ਪਾਏ, ਸ਼ਹਿਰ ਵਸਾ ਕੇ ਰੱਖਤਾ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਜਿਨ੍ਹਾਂ ਦੀ ਸੰਗਤ ਸੰਤ ਬਾਬਾ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਨੇ ਕੀਤੀ, ਤੇ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਨੇ, ਭਾਵੇਂ ਦੀ ਸੰਤ ਭਗਵਾਨ ਸਿੰਘ ਜੀ ਨੇ ਵੀ ਸੰਗਤ ਕੀਤੀ ਉਹਨਾਂ ਦੀ। ਤੇ ਇੱਕ ਸਮੇਂ ਬਣਿਆ ਮਹਾਂਪੁਰਖੋਂ ਦੇ ਨਾਲ ਸੰਤ ਬਾਬਾ ਈਸਰ ਸਿੰਘ ਜੀ, ਜਿਵੇਂ ਕੋਈ ਗੜਬਈ ਹੁੰਦਾ, ਕਹਿੰਦੇ ਵੀ ਬਾਬਾ ਅਤਰ ਸਿੰਘ ਜੀ ਨੂੰ ਮਿਲ ਕੇ ਆਈਏ। ਮਸਤੂਆਣੇ ਵਾਲਿਆਂ ਨੂੰ, ਮਸਤੂਆਣੇ ਵਾਲੇ ਮਹਾਂਪੁਰਖਾਂ ਨੂੰ ਮਿਲਣ ਗਏ ਤੇ ਫਿਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ। ਜਦੋਂ ਸੰਤ ਮਿਲਦੇ ਆ ਨਾ ਨਾਮ ਜਪਣ ਵਾਲੇ, ਉਹ ਫਿਰ ਰੱਬ ਦੀਆਂ ਗੱਲਾਂ ਕਰਦੇ ਆ, ਇੱਕ ਦੂਜੇ ਨੂੰ ਪੁੱਛਦੇ ਆ ਬਈ ਤੇਰੀ ਹੁਣ ਕਿੱਥੇ ਕੁ ਬਸਤਾ ਹੈ। ਬਸਤਾ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ। ਬਸਤਾ ਕਹਿੰਦੇ ਆ ਅਭਿਆਸੀ ਬੰਦੇ ਨੂੰ ਪਤਾ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਇਹ ਧਰਮ ਦੀ ਪੌੜੀ ਦੇ 7 ਟੰਬੇ ਆ, ਮਤਲਬ ਗਿਆਨ ਦੀਆਂ 7 ਭੂਮਿਕਾ ਹੈ। ਇਹ ਅਭਿਆਸੀ ਬੰਦਿਆਂ ਨੂੰ ਪਤਾ, ਜਿਹੜੇ ਨਾਮ ਦੇ ਅਭਿਆਸੀ ਆ। ਜਣੇ ਕਣੇ ਦੇ ਬਸ ਦਾ ਕੰਮ ਨਹੀਂ ਇਹ ਹੈ। ਆਪਾਂ ਤਾਂ ਜਪਜੀ ਸਾਹਿਬ ਮਸਾਂ ਪੜ੍ਹਦੇ, ਮੁੜ ਕੇ ਕਹਿੰਦੇ ਮਨ ਜਿਹਾ ਨਹੀਂ ਲੱਗਦਾ। ਮਨ ਕੀ ਲੱਗ ਜੂ? ਜਦ 24 ਘੰਟੇ ਤਾਂ ਪੁੱਠੇ ਕੰਮ ਕਰਨੇ ਆ, ਮਨ ਉਧਰ ਲੱਗੂਗਾ ਕਿ ਰੱਬ ਨਹੀਂ ਲੱਗ ਜੂ? ਕਿਤੇ 24 ਘੰਟਿਆਂ ਦੇ ਵਿੱਚੋਂ 20 ਘੰਟੇ ਰੱਬ ਨਹੀਂ ਗੱਲ ਕਰਕੇ ਦੇਖੋ, ਮਨ ਦੀ ਕੀ ਤਾਕਤ ਵੀ ਨਾ ਲੱਗੇ। ਤੁਰ ਸਾਹਿਬਜ਼ਾਦੇ ਤੁਰਿਆ ਬਸਤਾ ਜਿਨ੍ਹਾਂ ਕੋਲੇ, ਬਾਬਾ ਸ੍ਰੀ ਚੰਦ ਕੋਲੇ, ਬਾਬੇ ਗੁਰਦਿੱਤੇ ਕੋਲੇ। ਮੇਰਾ ਕਹਿਣ ਦਾ ਮਤਲਬ ਹੈ ਮਹਾਂਪੁਰਖਾਂ ਨੇ ਬਚਨ ਕੀਤੇ ਤੇ ਬਚਨ ਕਰਦਿਆਂ ਕਰਦਿਆਂ ਮਹਾਂਪੁਰਖ ਕਹਿੰਦੇ ਸੰਤ ਜੀ, ਕਹਿੰਦੇ ਭਾਈ ਸਾਹਿਬ ਕੀ ਗੱਲ ਹੈ? ਕਹਿੰਦੇ ਸਮਾਂ ਨੇੜੇ ਆ ਗਿਆ।
ਸਮਾਂ ਨੇੜੇ ਦਾ ਮਤਲਬ ਹੈ ਬਈ ਸਰੀਰ ਕਰਕੇ ਹੁਣ ਚਲੇ ਜਾਵਾਂਗੇ। ਇਹਨੂੰ ਕਹਿੰਦੇ ਤਿੰਨਾਂ ਕਾਲਾਂ ਦੀ ਸੋਝੀ ਸੰਤ ਚ। ਮੰਨਾ ਸਗਲ ਭਵਨ ਕੀ ਸੁਧ, ਇਹਨੂੰ ਸੰਤ ਕਹਿੰਦੇ ਜਿਹਨੂੰ ਆਉਣ ਵਾਲਾ ਸਮਾਂ ਪਤਾ ਹੋਵੇ। ਤਿੰਨਾਂ ਕਾਲਾਂ ਦੀ ਸੋਝੀ। ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਆ ਰੇਰੂ ਸਾਹਿਬ ਵਾਲੇ, ਕਹਿੰਦੇ ਮਹਾਂਪੁਰਖੋ ਉਹ ਪੰਗਤੀਆਂ ਆ ਗਈਆਂ। ਕਹਿੰਦੇ ਕਿਹੜੀਆਂ? ਕਹਿੰਦੇ ਦੇਖ ਫਰੀਦਾ ਜੇਠੀਆ ਦਾੜੀ ਹੋਈ ਭੂਰ, ਅੱਗਾ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ। ਮਤਲਬ ਵੀ ਅੰਤ ਦਾ ਸਮਾਂ ਨੇੜੇ ਆ ਗਿਆ, ਹੁਣ ਥੋੜੇ ਦਿਨਾਂ ਨੂੰ ਨਾ ਸਰੀਰ ਛੱਡ ਜਾਣਾ। 9 ਮਾਘ ਨੂੰ ਸਰੀਰ ਛੱਡਣਾ ਸੀ। ਜਦੋਂ ਇੰਨੀ ਗੱਲ ਕਹੀ ਤੇ ਮਹਾਂਪੁਰਖ ਹੱਸ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਚੱਲੋ, ਅਸੀਂ ਵੀ ਮਗਰੇ ਹੀ ਆਏ। ਜਦੋਂ ਕਿਹਾ ਨਾ ਵੀ ਅਸੀਂ ਵੀ ਮਗਰੇ ਆਏ ਤੇ ਮਹਾਂਪੁਰਖ ਨੇਤਰ ਸਜਲ ਕਰਕੇ ਕਹਿੰਦੇ ਮਹਾਂਪੁਰਖੋ ਜੇ ਤੁਸੀਂ ਸਰੀਰ ਕਰਕੇ ਚਲੇ ਗਏ ਸੰਸਾਰ ਤੇ ਅਜਾੜ ਪੈ ਜਾਊਗਾ। ਜੇ ਸੰਤ ਨਾ ਹੋਣ ਕਲਯੁਗ ਕਾਲੀ ਕੰਬਲੀ ਝੜ ਝੜ ਪੈਣ ਅੰਗਿਆਰ, ਸੰਤ ਨਾ ਹੋਤੇ ਜਗਤ में ਸੜ ਬਲਦਾ। ਪੜਿਆ ਕਰਦੇ ਗੱਜ ਵੱਜ ਕੇ ਬੋਲਿਓ। ਉਹ ਸੜ ਬਲਦਾ ਸੰਸਾਰ ਜੇ ਨਾ ਆਉਂਦੇ ਜਗਤ ਤੇ ਸਾਧੂ। ਸੜ ਬਲਦਾ ਸੰਸਾਰ ਜੇ ਨਾ ਆਉਂਦੇ ਜਗਤ ਤੇ ਸਾਧੂ। ਦਾ ਸੰਸਾਰ ਜੇ ਨਾ ਆਉਂਦੇ ਜਗਤ ਤੇ ਸਾਧੂ। ਸੜ ਬਲ ਦਾ ਸੰਸਾਰ ਜੇ ਨਾ ਆਉਂਦੇ ਜਗਤ ਤੇ ਸਾਧੂ। कबीर सेवा को दो पले एक संत एक राम जो दाता मुकत को संत जो पापा। किन्ने संतां कोले ताकत हुंदी है जिन्हां नूं मौत दा पता भी मौत फलाने दिन नूं आ जांदी है। 8 साल हो गए, आ थोड़े ਜਿਹੇ दिन हो गया नगोजा वाला भाई जाके आया। वो संत चढ़ाई कर गए। जो संत चढ़ाई कर गए ना तो उन्हों का बवान कढ़िया तो संगतां मारू शब्द पढ़ते जान। तो एक घरे ये कहता भी ब्याह सी, एक घरे ब्याह तो माई कहती ना कहती बाबे ने अज ही मरना सी, साडे तां सगना हो गया, साडे घरे ब्याह सी। एक कहता भी सच्ची गल सुनो 8 साल हो गए। कहता भी जो माई ने 2-3 बारी आए कहा तो संत चढ़ाई की भी तो उठ के बह गए। कहता कमाल की गल, लोग हैरान बई संत कहते भी जन्म मरण दो हूं मैं नहीं। कहता जो संत उठ के बह गए, संतां ने खफन जा ले लिया कच्छ च। कहते आए करो माई नूं कह दो भी जो तेरे ना सारे सगन पूरे हो गए आप उदों चढ़ाई कर जाएंगे, गल कुछ नहीं। कहता संत डेरे चले गए। जो माई शाम नूं मुंडे नूं ब्याह बूह के आई, सब कुछ हो गया। कहते माई नूं पुछ के आओ भी सारे सगन हो गए। कहते बाबा जी हो गए। तो कहते संत मौज ना फिर चढ़ाई कर गए। इनू कहते जन्म मरण दोहू में ना ही जन पर संत बनना बड़ा औखा। बई ये औखी घट ही है। महापुरख कहते भाई साहब असी भी मगरे आए। कहते महापुरखो जे तुसी संसार तो चले गए तो संसार की की हालत होगी।
ਤੇ ਕਹਿੰਦੇ ਉਸ ਵੇਲੇ ਬਾਬਾ ਈਸਰ ਸਿੰਘ ਜੀ ਨੂੰ ਬੁੱਕਲ ਚ ਲੈ ਕੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਕਹਿੰਦੇ ਭਾਈ ਸਾਹਿਬ, ਕਹਿੰਦੇ ਇਹਨੂੰ ਲੋਕ ਨਾ ਰਾਜੇ ਮਹਾਰਾਜੇ ਡੀਕਿਆ ਕਰਨਗੇ, ਇਹੋ ਜਿਹਾ ਸੰਤ ਬਣੂਗਾ। ਇਹ ਬਾਬਾ ਮਸਤੂਆਣੇ ਵਾਲੇ ਕਹਿੰਦੇ ਬਾਬਾ ਅਤਰ ਸਿੰਘ ਜੀ ਕਹਿੰਦੇ ਰਾਜੇ ਮਹਾਰਾਜੇ ਡੀਕਿਆ ਕਰਨਗੇ, ਇਹਨਾਂ ਨੇ ਇਹੋ ਜਿਹੀਆਂ ਰੌਣਕਾਂ ਲਾਉਣੀਆਂ। ਤੇ ਫਿਰ ਕਹਵੇ ਕੋ ਸੋਭਾ ਨਹੀਂ ਦੇਖਾ ਕੀ ਪ੍ਰਵਾਨ। ਬਾਬੇ ਚੜ੍ਹਾਈ ਕਰਕੇ ਬਾਬਾ ਈਸਰ ਸਿੰਘ ਜੀ, ਵਾਹਿਗੁਰੂ, ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਉਹਨਾਂ ਦੇ ਦੁਸ਼ਹਿਰੇ ਤੇ ਕਥਾ ਕਰਨ ਗਏ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ। ਜਦੋਂ ਕਥਾ ਕਰਨ ਗਏ ਨਾ ਤੇ ਮਾਰੂ ਸ਼ਬਦਾਂ ਦੀ ਸੰਤ ਕਥਾ ਕਰਨ। ਮਾਰੂ ਸ਼ਬਦਾਂ ਦੀ ਕਥਾ ਉੱਥੇ ਹੁੰਦੀ ਹੈ ਜਿੱਥੇ ਕੋਈ ਮਰਗ ਹੋ ਜੇ। ਤੇ ਉਧਰ ਸੰਤ ਬਾਬਾ ਅਤਰ ਸਿੰਘ ਜੀ ਚੜ੍ਹਾਈ ਕਰ ਗਏ ਮਸਤੂਆਣੇ ਵਾਲੇ। ਜਦੋਂ ਸੰਤਾਂ ਨੇ ਚੜ੍ਹਾਈ ਕੀਤੀ ਤੇ ਸੰਤਾਂ ਦੇ ਵਿਹੰਗਮ ਕਹਿੰਦੇ ਵੀ ਇਉਂ ਕਰੋ, ਸੰਤ ਸੁੰਦਰ ਸਿੰਘ ਜੀ ਨੂੰ ਸੁਨੇਹਾ ਦਿਓ ਵੀ ਮਸਤੂਆਣੇ ਵਾਲੇ ਸੰਤ ਚੜ੍ਹਾਈ ਕਰ ਗਏ। ਕਿਉਂ? ਮਸਤੂਆਣੇ ਜਾ ਕੇ ਸੰਤ ਬਾਬਾ ਸੁੰਦਰ ਸਿੰਘ ਜੀ ਨੇ 6.5 ਮਹੀਨੇ ਕਥਾ ਕੀਤੀ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ। ਇੱਕ ਓਂਕਾਰ ਤੋਂ ਲੈ ਕੇ ਨਾ 18, 10, 20 ਤੱਕ ਕਥਾ ਕੀਤੀ ਮਸਤੂਆਣੇ। ਤੇ ਸੰਤ ਮਸਤੂਆਣੇ ਵਾਲੇ ਚਾਹਣ ਬਈ ਮੈਂ ਇਹਨਾਂ ਨੂੰ ਮਸਤੂਆਣਾ ਦੇ ਦਿਆਂ। ਬਾਬਾ ਅਤਰ ਸਿੰਘ ਜੀ ਨੇ ਸੋਚਿਆ ਬਈ ਆਪਾਂ ਨਾ ਬਾਬੇ ਸੁੰਦਰ ਸਿੰਘ ਨੂੰ ਮਸਤੂਆਣਾ ਦੇ ਦੇਗੇ। ਉਦੋਂ ਬੱਸਾਂ ਨਹੀਂ ਸੀ ਜਾਂਦੀਆਂ, ਮੌੜ ਮੰਡੀ ਤੱਕ ਰੇਲ ਜਾਂਦੀ ਸੀ ਦਮਦਮਾ ਸਾਹਿਬ ਨੂੰ। ਸੰਤ ਕਹਿੰਦੇ ਜੀ ਅਸੀਂ ਡੇਰਾ ਤਾਂ ਨਹੀਂ ਸਾਂਭਣਾ, ਅਸੀਂ ਕਥਾ ਕਰਿਆ ਕਰਾਂਗੇ। ਸੰਤ ਬਾਬਾ ਸੁੰਦਰ ਸਿੰਘ ਜੀ ਕਥਾ ਕਰਦੇ ਆ ਤੇ ਕਿਹੇ ਜੇ ਬਚਨ ਕਰਦੇ ਆ, ਜਦੋਂ ਕੋਈ ਮਹਾਂਪੁਰਖ ਸਰੀਰ ਕਰਕੇ ਚਲਿਆ ਜਾਵੇ, ਜਿਸ ਤਨ ਲੱਗੀਆਂ ਸੋਈ ਜਾਨਾ। ਬਾਬਾ ਬਰਿਆਮ ਸਿੰਘ ਜੀ ਦਾ ਆਪ ਜੀ ਨਾਲ ਬੜਾ ਪਿਆਰ ਤੁਹਾਡਾ ਸੰਗਤਾਂ ਦਾ। ਸੰਤਾਂ ਨੇ ਅਭਿਆਸ ਕਰਨ ਦੀਆਂ ਬੜੀਆਂ ਜੁਗਤੀਆਂ ਦੱਸੀਆਂ ਬਾਬਾ ਬਰਿਆਮ ਸਿੰਘ ਜੀ ਹੋਰਾਂ ਨੇ। ਕਈ ਪ੍ਰੇਮੀਆਂ ਨੂੰ ਰੰਗ ਚੜਿਆ ਪਿਆ ਵੀ ਹੈ, ਇਹ ਬਾਬਾ ਬਰਿਆਮ ਸਿੰਘ ਜੀ ਦੀ ਕਿਰਪਾ ਹੈ। ਕਈਆਂ ਪ੍ਰੇਮੀਆਂ ਨੂੰ ਨਾ ਬਾਣੀ ਦੀ ਪੰਕਤੀ ਆ ਗੱਜ ਵੱਜ ਕੇ ਬੋਲਿਓ, ਉਹ ਕਿਰਪਾ ਕੋਈ ਤੇ ਲਾਲ ਰੰਗ ਲੱਗਦਾ, ਭਾਗਾਂ ਵਾਲੇ ਬੰਦੇ ਆ। ਕਿਰਪਾ ਕੋਈ ਤੇ ਲਾਲ ਰੰਗ ਚੜਦਾ, ਕਰਮਾਂ ਵਾਲੇ ਬੰਦਿਆਂ ਨੂੰ। ਭਾਗਾਂ ਵਾਲੇ ਕਿਰਪਾ ਕੋਈ ਤੇ ਲਾਲ ਰੰਗ ਚੜਦਾ, ਕਰਮਾਂ ਵਾਲੇ ਬੰਦੇ ਆ। ਕਿਰਪਾ ਕੋਈ ਤੇ ਲਾਲ ਰੰਗ ਲੱਗਦਾ, ਕਰਮਾਂ ਵਾਲੇ ਬੰਦਿਆਂ ਨੂੰ। ਪਿਆਰੇ ਜੀ ਕਰਮਾਂ ਵਾਲੇ ਬੰਦੇ ਆ, ਮੇਰੇ ਪਿਆਰੇ ਭਾਗਾਂ ਵਾਲੇ ਬੰਦਿਆਂ ਨੂੰ।
ਕੋਈ ਤੇ ਲਾਲ ਰੰਗ ਚੜਦਾ, ਕਰਮਾਂ ਵਾਲੇ ਬੰਦੇ ਆ। ਕਿਰਪਾ ਕੋਈ ਤੇ ਲਾਲ ਰੰਗ ਲੱਗਦਾ, ਭਾਗਾਂ ਵਾਲੇ ਬੰਦਿਆਂ ਨੂੰ। ਕਿਰਪਾ ਕਰੇ ਜੇ ਪਾਰ ਬ੍ਰਹਮ ਤਾਂ ਹੋਆ ਸਾਧੂ ਸੰਗ। ਜਦੋਂ ਸੰਤਾਂ ਦੀ ਸੰਗਤ ਹੁੰਦੀ ਹੈ ਨਾ, ਫਿਰ ਜਿਉਂ-ਜਿਉਂ ਉਹ ਵਧਾਈ ਹੈ ਤਿਉਂ-ਤਿਉਂ ਹਰਸਿਓ। ਜਿਉਂ-ਜਿਉਂ ਸੰਗਤ ਕਰਦੇ ਜਾਂਦੇ ਆ ਨਾ, ਤੇ ਆਪਣਾ ਅਭਿਆਸ ਬਣਦਾ ਜਾਂਦਾ, ਫਿਰ ਨਾਮ ਦਾ ਰੰਗ ਚੜ੍ਹਦਾ ਤੁਰਿਆ ਜਾਂਦਾ ਹੈ। ਫਿਰ ਨਾਮ ਦਾ ਰੰਗ ਚੜ੍ਹਦਾ ਤੁਰਿਆ ਜਾਂਦਾ ਹੈ। ਇਸੇ ਤਰ੍ਹਾਂ ਮਹਾਂਪੁਰਖਾਂ ਨੇ ਕਿੰਨੇ ਕਿੰਨੇ ਘੰਟੇ ਨਾਮ ਜਪਾਉਣਾ, ਅਭਿਆਸ ਕਰਨੇ ਦੱਸਣੇ। ਇਸੇ ਤਰ੍ਹਾਂ ਸੰਤ ਬਾਬਾ ਸੁੰਦਰ ਸਿੰਘ ਜੀ ਕਥਾ ਕਰਦੇ ਆ, ਤੇ ਕਿਸੇ ਬਿਹੰਗਮਣੇ ਨਾ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੇ ਨੇ ਜਾ ਕੇ ਉਹਨਾਂ ਨੂੰ ਪਰਚੀ ਪੜਾਤੀ, ਬਈ ਬਾਬਾ ਅਤਰ ਸਿੰਘ ਜੀ ਚੜ੍ਹਾਈ ਕਰ ਗਏ ਮਸਤੂਆਣੇ ਵਾਲੇ। ਜਦੋਂ ਸੰਤਾਂ ਨੇ ਪਰਚੀ ਪੜ੍ਹੀ ਬਾਬਾ ਸੁੰਦਰ ਸਿੰਘ ਜੀ ਨੇ, ਤੇ ਸੰਤਾਂ ਦੇ ਅੱਖਾਂ ਦੇ ਵਿੱਚੋਂ ਪਾਣੀ ਵਗ ਗਿਆ। ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮ, ਮੈਂ ਨੀਰ ਬਹਿ ਬਹਿ ਚੱਲਾ ਜੀ। ਜਦੋਂ ਨੇਤਰ ਸਜਲ ਹੋ ਗਏ, 10 ਮਿੰਟ ਸੰਤਾਂ ਤੋਂ ਕਥਾ ਨਾ ਹੋਈ। ਜਦੋਂ 10 ਮਿੰਟ ਸੰਤਾਂ ਤੋਂ ਕਥਾ ਨਾ ਹੋਈ, ਅਖੀਰ ਨੂੰ ਮਹਾਂਪੁਰਖ ਕਹਿੰਦੇ ਭਾਈ ਤੁਸੀਂ ਇਉਂ ਸਮਝੋ ਵੀ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਨਹੀਂ ਚੜ੍ਹਾਈ ਕੀਤੀ, ਅੱਜ ਇਉਂ ਸਮਝੋ ਵੀ ਧਰਮ ਦਾ ਥੰਮ ਹੀ ਡਿੱਗ ਪਿਆ। ਆਪਣੇ ਇਲਾਕੇ 'ਚੋਂ ਬਾਬਾ ਬਰਿਆਮ ਸਿੰਘ ਜੀ ਦਾ ਜਾਣਾ ਧਰਮ ਦਾ ਥੰਮ ਡਿੱਗਿਆ ਪਿਆ, ਸਮਝ ਲਓ। ਆਪਣੇ ਇਲਾਕੇ 'ਚੋਂ ਨਾ ਸੰਤ ਬਾਬਾ ਬਰਿਆਮ ਸਿੰਘ ਜੀ ਹੋਰਾਂ ਦਾ ਜਾਣਾ, ਇਉਂ ਸਮਝੋ ਵੀ ਧਰਮ ਦਾ ਥੰਮ ਹੀ ਡਿੱਗ ਪਿਆ। ਬਾਬਾ ਸੁੰਦਰ ਸਿੰਘ ਜੀ ਕਹਿੰਦੇ ਆ, ਕਹਿੰਦੇ ਬਾਬਾ ਅਤਰ ਸਿੰਘ ਜੀ ਦਾ ਦੁਨੀਆ ਤੋਂ ਜਾਣਾ, ਇਉਂ ਸਮਝੋ ਵੀ ਸੰਤ ਗਏ ਤੋਂ ਧਰਮ ਦਾ ਥੰਮ ਹੀ ਡਿੱਗ ਪੈਂਦਾ। ਜਦੋਂ ਇੰਨੀ ਗੱਲ ਕਹੀ, ਸੰਗਤਾਂ ਦੇ ਨੇਤਰ ਇਉਂ ਸਜਲ ਹੋ ਗਏ। ਅੱਜ ਜਿਵੇਂ ਥੋੜੇ ਦਿਨ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ, ਤੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਣੇ ਦੇਈ ਸੱਚਖੰਡ ਨੂੰ ਚਲੇ ਗਏ, ਰਹਿੰਦੇ ਗੁਰਦੁਆਰਿਆਂ ਵਿੱਚ ਮੀਨ ਕਲੀਨ ਖੇਤ। ਜਦੋਂ ਸਣੇ ਦੇਈ ਸੱਚਖੰਡ ਨੂੰ ਚਲੇ ਗਏ, ਤੇ 5 ਸਿੱਖ ਲਾਹੌਰੋਂ ਆਏ ਜਿਨ੍ਹਾਂ ਨੂੰ ਰਿਹਾ ਕੀਤਾ। ਭਾਈ ਵਿਧਿਆ, ਭਾਈ ਜੇਠਾ, ਭਾਈ ਪ੍ਰਾਣਾ, ਭਾਈ ਮੋਖਾ, 5 ਸਿੱਖ ਜਦੋਂ ਆਏ, ਤੇ ਸੰਗਤਾਂ ਜਦੋਂ ਦੁੱਖ ਭੰਜਨੀ ਬੇਰੀ ਕੋਲੇ ਖੜਦੀਆਂ, ਕੋਈ ਹਰਮੰਦਰ ਸਾਹਿਬ 'ਚ ਜਾਂਦਾ ਤੇ ਉਹ ਫਿਰ ਕੀ ਦੇਂਦਾ, ਪੜਿਆ ਕਰਦੇ ਗੱਜ ਵੱਜ ਕੇ ਬੋਲਿਓ ਸਮਾਂ ਵੀ ਹੋ ਚੱਲਿਆ, ਸਮਾਪਤੀ ਕਰ ਗਏ। ਆਸਣ ਤੇ ਦੀਂਦਾ ਨੀ ਰਾਜਾ ਜੋਗੀ ਰਾਜਾ, ਆਸਣ ਤੇ ਦੀਂਦਾ ਨੀ ਰਾਜਾ ਜੋਗੀ ਰਾਜਾ ਜੋਗੀ। ਆਸਣ ਤੇ ਦੀਂਦਾ ਨੀ ਰਾਜਾ ਜੋਗੀ ਰਾਜਾ ਜੋਗੀ, ਆਸਣ ਤੇ ਦੀਂਦਾ ਨੀ ਰਾਜਾ ਜੋਗੀ ਰਾਜਾ ਜੋਗੀ।
राजा जोगी राजा जोगी राजा जोगी राजा जोगी आसन तो दीदानी राजा जोगी राजा जोगी आसन तो दीदानी राजा जोगी राजा जोगी पर पराए बसना साई मुझे ना जे तू राक्षसी जियो शरीरों किहे जा दुख हुंदा विछोड़े दा सच जानो संत बाबा बरियाम सिंह जी तो उपरंत माता जी होनी समझ लो भी जिन्ने साल कट्टे उन्होंने विजोग च ही कट्टे है। इन्हों की बिरती उदों भी उच्च सी सच जानो जी माता जी सी ना इन्हों की कई जन्मां की भगती सी। मैं कोई फोकी वड्याई नहीं करता गुरु ग्रंथ साहब की हजूरी च मैं फोकी किसी की मेरा कहने का मतलब है जिंदगी च तुहानूं इहो जिहा कोई बंदा नहीं मिलूगा जिहड़ा अंदरों भी उहो जिहा होवे बाहरों भी उहो जिहा होवे। माता दे विच गुण सी अंदरों भी उहे जी तो बाहरों भी उहे जे। ये हर एक बंदे च गुण नहीं होंदा नहीं लोग अंदरों होर है बाहरों होर है जिन मन होर मुख होर मूँह च होर है अंदरों होर है। ये उन्हां दे विच गुण सी जिहे जे अंदरों सी उहे जे बाहरों सी। किन्ने जन्मां दी भगती होनी है। मेरा कहने का मतलब है ते महापुरखों तो उपरंत उन्होंने समझो भी वो विछोड़े का ही दुख चलिया। इस तरह बाबा हरपाल सिंह जी होरां ते भी कृपा है। ये बाबा बरियाम सिंह जी की दृष्टि पई है जी तो संतां की दृष्टि पै जे ना बहु लोहों कंचन करै। आपां पंक्ति पढ़ी संत और पारस में बड़ो अंतरो जान। कहंदे संत दे विच ते पारस दे विच की फर्क है। कहते पारस दे विच गुण है वो लोहे नूं सोना बना दू पारस नहीं बना सकता। वो लोहे नूं सोना बना दूगा पारस नहीं बना सकता। पर संत दे विच गुण है संत दी निगाह च बंदा चढ़ जाए तो संतों नूं संत बना के रख दिंदा है। ये बाबा हरपाल सिंह जी होरी बाबा बरियाम सिंह जी होरां दी निगाह चाहे जे चढ़े तो देख लो संत बना के रखते। इन्नी रहनी बहनी कहनी सहनी। एक संत बनाए होने बाबा लखबीर सिंह ने निगाह मार लो जिदे मनी मर्जी निगाह मार लो। किन्नियां किन्नियां बीबियां नूं आसा दी वार दा कीर्तन। मेरा कहने का मतलब है किन्नियां महापुरखों ने दातां दित्तियां। गुरु अर्जन देव जी महाराज जदों सने दे सचखंड नूं गए ते 5 सिख आए ते संगतां विछोड़े दे विच आईयां पईयां। कोई दुख भंजनी बेरी कोले खड़े दे नेत्र सजल है। किसी दे हरमंदर साहब च जाण दे नाल नेत्र सजल है। बई इत्थे गुरु अर्जन देव जी महाराज बैठा करदे। कई संगतां जदों महाराज छेवें पातशाह नूं मत्था टेकदियां 11 क साल दी उम्र छेवें पातशाह दी 11 क साल दी उम्र छेवें पातशाह दी जदों संगतां मत्था टेकदियां ना ते हथ बन के कहंदियां सच्चे पातशाह हुण कद मिलिया पिरिया तुद भगवंता मोहे रैण ना बिहावै नींद ना। महाराज जी साडी नींद हराम होगी गुरु अर्जन देव दे दर्शनां बगैर। सानू महाराज भुख लगनों हट गई। महाराज जी साडे चेहरे पीले हुंदे जांदे आ। रब दे आशिक दियां निशानियां, रब दा प्यार करने वाले बंदे दियां निशानियां।
भुख लगनों हटदी है, नींद हराम हो जाती है। ते धन गुरु हरगोबिंद पातशाह भाई कहते आओ करो, संत मोए क्या रोईया। साडे पिता नूं किसी ने रोना नहीं, रोई दा ओनू है जिहड़ा मनुष्य जन्म बिगाड़ के चलिया जावे ते जिहड़ा देश कौम धर्म दे उत्तों दी कुर्बान हो जाए उन्होंने कते रोई दा नहीं हुंदा। उन्होंने नहीं रोना, रोवो साखत वापरे जो हाटा हाट बकाए। रोई दा ओनू है जिहड़ा मनुष्य जन्म बिगाड़ के चलिया जावे ते नहीं कहंदे जिहड़े देश कौम धर्म दे उत्तों दी कुर्बान हुंदे आ। नाम जपण वालियां रूहां उन्होंने कते रोई दा नहीं। इसे करके आओ, महापुरखों ने बड़ी किरपा की। समा महापुरखों का सी पर मेरे ते तो उही किरपा होगी। मैं मेरे च नुकशा, मैं लेट हो गया। मेरा कहने का मतलब है समा महापुरुषों तो मैं तो लाहा लैन वास्ते आया ते पर मेरे वर्गे बंदे की भी हाज़री लग जाए, भी एक बड़े भागां की निशानी है। जे किसी की हाज़री लग जाए ना गुरु ग्रंथ साहब की हजूरी च तो संगत की दृष्टि पै जाती है। संगत विच रब वसदा है, संगत विच संगत हर प्रभ बसा जियो। आओ कल का दीवान रहिंदा है, पहला आन के मैं हाज़री भरनी, फिर बाबा हरपाल सिंह जी होरां ने साध संगत संगतां नूं कीर्तन सुना के निहाल करना है। अज महापुरखों ने समा लाउणा सी ते मेरा कहने का मतलब है मैं यहे जे समय च आ गया ते महापुरखों ने आप दे टाइम चों आप दा टाइम मैनू बख्शता ते मेरी भी हाज़री लग गई। लोग सुख गए पर लोग सहेले, नानक हर प्रभ आपे मेले। आउण वाला समा अगे सरवण करगे। वाहिगुरू जी का खालसा, वाहिगुरू जी की राम कली महला तीजा आनंद एक ओंकार सतगुर प्रसाद। आनंद पिया मेरी माए सतगुरु मैं पाया, सतगुर ता पाया। राग रतन पर बार परियां शब्द गामणिया। कगा नानक नंद गोआ सतगुरु मैं पाया। हर नाल रो तू मन मेरे दुख सब अवसारना। सबना गला समरथ स्वामी सोक मनो बसारे। साचे सगवा क्या नहीं करते सदा सब तस लागा तेरी नाम मन बसावे। कह नानक सच्चे सागब क्या नागी कर तेरा सच्चा नाम। कर शांत सुख माने आए बसया जन इच्छा सब पुजाइया। ओ कह नानक सुन गो संतो शब्द तरो प्यारो। सच्चा नाम मेरा आधारो बाजे। पंच दूत तुद बस कीते काल कंटक मारिया। कागा नानक तै सुख होआ तत्कारे अनगद बाजे। ओ
ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਸੂਰੇ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਗਾ ਤੂਰ ਸਲੋਕ ਪਵਨ ਗੁਰੂ ਪਾਣ ਦਫਤਰਾ ਦੇ ਦਾਈ ਦਇਆ ਖੇਲਾ ਸਗਲ ਜਗਤ ਕਰਮੀ ਆਪੋ ਆਪਣੀ ਕੇ ਨੇੜਾ ਕੈ ਦੂਰਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ ਅਰਦਾਸ ਜੀਉ ਪਿੰਡ ਸਾਧੂ ਦੇਵੀ